ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਮੈਂ ਹਾਂ ਸਰਬਜੀਤ ਸਿੰਘ, ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਕਿਤਾਬਾਂ ਦੇ ਪੰਨੇ। ਅੱਜ ਤੁਸੀਂ ਸੁਣੋਗੇ ਨਾਵਲਕਾਰ ਨਾਨਕ ਸਿੰਘ ਦਾ ਲਿਖਿਆ ਹੋਇਆ ਨਾਵਲ ਪਵਿੱਤਰ ਪਾਪੀ ਦਾ 22ਵਾਂ ਅਤੇ ਆਖਰੀ ਭਾਗ। ਚੋਖਾ ਚਿਰ ਦੁਕਾਨ ਵਿੱਚ ਇੱਕ ਮਾਰੂ ਜਿਹੀ ਖਾਮੋਸ਼ੀ ਛਾਈ ਰਹੀ, ਜਿਵੇਂ ਕਹਿਣ ਸੁਣਨ ਲਈ ਕੁਝ ਵੀ ਬਾਕੀ ਨਾ ਰਿਹਾ। ਹੋਣੀ ਨਾਲ ਕਿਸੇ ਦਾ ਜ਼ੋਰ ਨਹੀਂ ਬੇਟਾ, ਪੰਨਾ ਲਾਲ ਨੇ ਅਖੀਰ ਇਸ ਚੁੱਪ ਨੂੰ ਤੋੜਦਿਆਂ ਕਿਹਾ। ਚੱਲ ਕੇ ਬੇਜੀ ਨੂੰ ਦਿਲਾਸਾ ਦੇ, ਉਹ ਵਿਚਾਰੀ ਮਰਨਾ ਕੀ ਹੋ ਰਹੀ ਏ। ਕੇਦਾਰ ਉਸੇ ਤਰ੍ਹਾਂ ਬੁੱਤ ਬਣਿਆ ਬੈਠਾ ਰਿਹਾ। ਪੰਨਾ ਲਾਲ ਫਿਰ ਬੋਲਿਆ, ਬੇਟਾ ਮੈਂ ਜਾਣਨਾ ਤੇਰੇ ਦਿਲ ਦੀ ਹਾਲਤ ਨੂੰ, ਓੜ ਕਦੀ ਬਰਦਾਸ਼ਤ ਵਿਖਾਈਏ ਤੂੰ। ਜੇ ਕਦੀ ਤੂੰ ਇੱਕ ਵਾਰੀ ਵੀ ਆਪਣੀ ਬੇਜੀ ਨੂੰ ਦੱਸ ਦਿੰਦਿਓ ਕਿ ਵੀਣੀ ਲਈ। ਪੰਨਾ ਲਾਲ ਰੁਕ ਗਿਆ ਤੇ ਫਿਰ ਬੋਲਿਆ, ਜਾਂ ਵੀਣੀ ਹੀ ਇਸ ਭੇਦ ਨੂੰ ਮਾਂ ਅੱਗੇ ਖੋਲ ਦਿੰਦੀ, ਪਰ ਹੋਣੀ ਅਮਿੱਟ ਹੈ ਬੇਟਾ। ਕੇਦਾਰ ਖਾਮੋਸ਼ ਤੇ ਅਹਿੱਲ ਸੀ। ਨਾ ਉਸਦੇ ਬੁੱਲ੍ਹ ਹਿੱਲੇ ਤੇ ਨਾ ਅੱਖਾਂ ਦੀਆਂ ਪੁਤਲੀਆਂ ਫਰਕੀਆਂ, ਜਿਵੇਂ ਪੱਥਰ ਦਾ ਪੱਥਰ। ਜਾਣਦਾ ਏ ਵੀਣੀ ਦੀ ਮਾਂ ਤੈਨੂੰ ਸੱਦਣ ਲਈ ਕਿਉਂ ਇਤਨੀ ਕਾਹਲੀ ਪੈ ਰਹੀ ਏ? ਹੁਣ ਤੱਕ ਕੇਦਾਰ ਦਾ ਮਨ ਉਸ ਪਹਿਲੀ ਸੱਟ ਦੀ ਪੀੜ ਨੂੰ ਸਹਿ ਕੇ ਕੁਝ ਚੇਤੰਨ ਹੋ ਚੁੱਕਾ ਸੀ। ਉਸ ਦੀਆਂ ਅੱਖ ਪੁਤਲੀਆਂ ਥੋੜ੍ਹਾ ਕੁ ਥਰਕੀਆਂ ਤੇ ਉਸਨੇ ਇੱਕ ਮਾਰਮਿਕ ਨਜ਼ਰ ਨਾਲ ਪੰਨਾ ਲਾਲ ਵੱਲ ਤੱਕਿਆ। ਪੰਨਾ ਲਾਲ ਨੇ ਆਪਣੀ ਗੱਲ ਜਾਰੀ ਰੱਖੀ। ਉਹ ਵਿੱਦਿਆ ਨੂੰ ਤੇਰੇ ਨਾਲ ਵਿਆਹ ਕੇ ਤੈਨੂੰ ਅਸਲੀ ਅਰਥਾਂ ਵਿੱਚ ਪੁੱਤਰ ਬਣਾਉਣਾ ਚਾਹੁੰਦੀ ਏ। ਵਿੱਦਿਆ ਵੀ ਤੇ ਹੁਣ ਸਿਆਣੀ ਹੋ ਚੁੱਕੀ ਏ। ਵੀਣੀ ਨਾਲੋਂ ਉਂਝ ਤੇ 2 ਵਰ੍ਹੇ ਛੋਟੀ ਏ, ਪਰ ਕੱਦ ਕਾਠ ਵੱਲੋਂ ਉਸ ਨਾਲੋਂ ਵੱਡੀ ਜਾਪਦੀ ਏ। ਪੰਨਾ ਲਾਲ ਦੀ ਗੱਲ ਸੁਣ ਕੇ ਕੇਦਾਰ ਨੇ ਇੱਕ ਹੌਕਾ ਭਰਿਆ ਤੇ ਥੋੜ੍ਹੀ ਦੇਰ ਬਾਅਦ ਬੋਲਿਆ, ਪਾਪਾ ਜੀ ਵੀਣੀ ਚਲੀ ਗਈ, ਮੇਰਾ ਸਭ ਕੁਝ ਚਲਾ ਗਿਆ। ਇਸ ਬਾਰੇ ਫਿਰ ਕਦੀ ਮੈਨੂੰ ਹੁਣ ਕੁਝ ਨਾ ਕਹਿਣਾ। ਮੈਂ ਤੇ ਬੋਲਣ ਦੇ ਥਾਂ ਕੇਦਾਰ ਉੱਚੀ ਸਾਰੀ ਕਹਿ ਕਹਾ ਮਾਰ ਕੇ ਹੱਸ ਪਿਆ। ਪਰ ਪੰਨਾ ਲਾਲ ਵੇਖ ਰਿਹਾ ਸੀ ਕਿ ਇਹ ਹਾਸਾ ਕਿਹੋ ਜਿਹਾ ਹੈ। ਅੱਗ ਦੇ ਭਾਂਬੜ ਨੂੰ ਜਿਵੇਂ ਕੋਈ ਘਾਹ ਦੀ ਪੰਡ ਹੇਠ ਲੁਕਾਉਣਾ ਚਾਹੁੰਦਾ ਹੋਵੇ। ਨਹੀਂ ਕੇਦਾਰ, ਦਾਈਏ ਭਰੇ ਹੱਠ ਵਿੱਚ ਪੰਨਾ ਲਾਲ ਬੋਲਿਆ, ਤੈਨੂੰ ਮੰਨਣਾ ਹੀ ਪਵੇਗਾ। ਮੇਰੀ ਨਾ ਸਹੀ, ਪਰ ਜਿਸ ਨੂੰ ਤੂੰ ਮਾਂ ਕਿਹਾ ਸੀ ਉਸ ਦੀ ਸੱਦਰ ਨੂੰ ਠੁਕਰਾ ਦੇਵੇਂਗਾ, ਇਸ ਦੀ ਮੈਂ ਤੇਥੋਂ ਕਦੀ ਉਮੀਦ ਨਹੀਂ ਰੱਖ ਸਕਦਾ। ਆਪਣੀ ਧਰਮ ਮਾਤਾ ਲਈ ਮੈਂ ਸਭ ਕੁਝ ਸਦਕੇ ਕਰਨ ਨੂੰ ਤਿਆਰ ਹਾਂ, ਪਰ ਪਾਪਾ ਜੀ ਸ਼ਾਇਦ ਉਹਨਾਂ ਨੂੰ ਪਤਾ ਨਹੀਂ, ਕੇਦਾਰ ਕਦੇ ਦਾ ਖਤਮ ਹੋ ਚੁੱਕਾ ਹੈ। ਕੀ ਉਹ ਕੇਦਾਰ ਦੀ ਲਾਸ਼ ਨੂੰ ਇਸ ਕੰਮ ਲਈ ਵਰਤਣਾ ਚਾਹੁੰਦੇ ਨੇ? ਇਹ ਨਾਮੁਮਕਿਨ ਹੈ ਪਾਪਾ ਜੀ, ਬਿਲਕੁਲ ਅਸੰਭਵ। ਕੇਦਾਰ, ਪੰਨਾ ਲਾਲ ਨੇ ਇਸ ਵਾਰੀ ਮਿੰਨਤ ਨਾਲ ਕਿਹਾ, ਘਰ ਤੇ ਚੱਲ ਇੱਕ ਵਾਰੀ, ਜਿਵੇਂ ਤੂੰ ਕਹੇਂਗਾ ਉੱਦਾਂ ਹੀ ਸਹੀ। ਪਾਪਾ ਜੀ ਜੇ ਮੈਂ ਇਸ ਧੱਕੇ ਨੂੰ ਸੰਭਲ ਸਕਿਆ ਤਾਂ ਜ਼ਰੂਰ ਆਵਾਂਗਾ। ਕੇਦਾਰ ਨੇ ਇੱਕ ਹੌਕਾ ਭਰਿਆ। ਕੇਦਾਰ ਤੈਨੂੰ ਜਾਣਾ ਹੀ ਪਵੇਗਾ। ਪਾਪਾ ਜੀ ਕੀ ਤੁਸੀਂ ਮੇਰੀ ਮੌਤ ਚਾਹੁੰਦੇ ਹੋ? ਨਹੀਂ ਬਰਖੁਰਦਾਰ, ਮੈਂ ਤੇਰੀ ਜ਼ਿੰਦਗੀ ਚਾਹੁੰਦਾ। ਤਾਂ ਫਿਰ ਆਖੇ ਲੱਗੋ, ਮੈਨੂੰ ਅਜੇ ਨਾ ਲੈ ਜਾਓ। ਉੱਥੇ ਜਾ ਕੇ ਮੇਰੇ ਦਿਲ ਦੇ ਜ਼ਖਮ ਫਿਰ ਤਾਜ਼ੇ ਹੋ ਜਾਣਗੇ। ਮੈਂ ਸ਼ਾਇਦ ਉੱਥੇ ਜਾ ਕੇ 8 ਪਹਿਰ ਵੀ ਜ਼ਿੰਦਾ ਨਹੀਂ ਰਹਿ ਸਕਾਂਗਾ। ਇਹ ਸਮਝਦੇ ਹੋਏ ਵੀ ਜੇ ਤੁਸੀਂ ਮੈਨੂੰ ਲੈ ਜਾਣਾ ਚਾਹੁੰਦੇ ਹੋ ਤਾਂ ਮੈਂ ਚੱਲਣ ਨੂੰ ਤਿਆਰ ਹਾਂ। ਚਲੋ ਹੁਣੇ ਚੱਲੋ। ਕੇਦਾਰ ਦੀਆਂ ਇਹਨਾਂ ਗੱਲਾਂ ਵਿੱਚ ਤੇ ਇਹਨਾਂ ਦੇ ਉਚਾਰਨ ਦੇ ਲਹਿਜ਼ੇ ਵਿੱਚ ਪੰਨਾ ਲਾਲ ਨੂੰ ਇਤਨੀ ਸੱਚਾਈ ਜਾਪੀ ਕਿ ਮੁੜ ਕੇ ਇਸ ਦੇ ਸੰਬੰਧ ਵਿੱਚ ਇੱਕ ਅੱਖਰ ਵੀ ਉਸ ਦੀ ਜ਼ੁਬਾਨੋਂ ਨਾ ਨਿਕਲ ਸਕਿਆ। ਉਹ ਮਨ ਮਾਰ ਕੇ ਰਹਿ ਗਿਆ। ਛੇਕੜ ਪੰਨਾ ਲਾਲ ਨੂੰ ਕੇਦਾਰ ਦੀ ਗੱਲ ਹੀ ਮੰਨਣੀ ਪਈ। ਰਾਤ ਕੇਦਾਰ ਕੋਲ ਗੁਜ਼ਾਰ ਕੇ ਦੂਜੇ ਦਿਨ ਉਹ ਰਾਵਲਪਿੰਡੀ ਨੂੰ ਤਿਆਰ ਹੋ ਪਿਆ। ਜਾਣ ਤੋਂ ਪਹਿਲਾਂ ਪੰਨਾ ਲਾਲ ਨੇ ਉਸ ਨੂੰ ਸਭ ਤੋਂ ਬਹੁਤੀ ਚੇਤਾਵਨੀ ਜਿਹੜੀ ਕੀਤੀ ਇਹ ਸੀ ਉਸ ਦੀ ਸਿਹਤ ਬਾਰੇ, ਤੇ ਉਸ ਦੀਆਂ ਇਹ ਚੇਤਾਵਨੀਆਂ ਤੇ ਤਾਕੀਦਾਂ ਉਸ ਵੇਲੇ ਤੱਕ ਜਾਰੀ ਰਹੀਆਂ ਜਦ ਤੀਕ ਕਿ ਗੱਡੀ ਨੇ ਵਿਸਲ ਨਹੀਂ ਦੇ ਦਿੱਤੀ। ਕੇਦਾਰ ਨੇ ਇਸ ਦੇ ਉੱਤਰ ਵਿੱਚ ਹਰ ਵਾਰੀ ਉਸ ਨੂੰ ਇਹੋ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਅੱਗੇ ਲਈ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੇਗਾ। ਗੱਡੀ ਜਦ ਤੁਰਨ ਲੱਗੀ ਤਾਂ ਕੇਦਾਰ ਨੇ ਜੇਬ 'ਚੋਂ ਇੱਕ ਪੋਟਲੀ ਕੱਢ ਕੇ ਪੰਨਾ ਲਾਲ ਦੇ ਹੱਥ ਵਿੱਚ ਫੜਾਉਂਦਿਆਂ ਹੋਇਆਂ ਕਿਹਾ, ਇਹ ਰਕਮ ਤੁਸੀਂ ਸਰਦਾਰ ਹੋਰਾਂ ਨੂੰ ਦੇ ਦੇਣੀ। ਇਸ ਮਹੀਨੇ ਮੈਂ ਬਹੁਤਾ ਨਹੀਂ ਕਮਾ ਸਕਿਆ, ਨਜ਼ਰ ਦੀ ਕਮਜ਼ੋਰੀ ਕਰਕੇ ਹੁਣ ਜ਼ਿਆਦਾ ਕੰਮ ਨਹੀਂ ਹੁੰਦਾ। ਪੰਨਾ ਲਾਲ ਨੇ ਪੋਟਲੀ ਖੋਲ੍ਹ ਕੇ ਵੇਖੀ। ਕੁਝ ਨੋਟ ਤੇ ਬਾਕੀ ਭੰਨ ਘੜ ਸੀ। ਉਸਨੇ ਪੋਟਲੀ ਬੰਨ੍ਹ ਕੇ ਜਿਉਂ ਦੀ ਤਿਉਂ ਕੇਦਾਰ ਨੂੰ ਮੋੜਦਿਆਂ ਹੋਇਆਂ ਕਿਹਾ, ਕੇਦਾਰ ਮੈਂ ਤੈਨੂੰ ਯਕੀਨ ਦਿਵਾਉਂਦਾ ਕਿ ਉਹਨਾਂ ਨੇ ਬਾਕੀ ਰਕਮ ਤੈਨੂੰ ਮੁਆਫ ਕਰ ਦਿੱਤੀ ਏ। ਤਾਂ ਫਿਰ ਬੇਜੀ ਨੂੰ ਦੇ ਦੇਣੀ, ਕੇਦਾਰ ਨੇ ਜ਼ੋਰ ਦੇ ਕੇ ਕਿਹਾ। ਇਸ ਤੋਂ ਬਾਅਦ ਦੋਹਾਂ ਵਿੱਚ ਕਾਫੀ ਖਿੱਚਾ ਖਿੱਚੀ ਹੁੰਦੀ ਰਹੀ, ਪਰ ਅਖੀਰ ਵਿੱਚ ਜਿੱਤ ਕੇਦਾਰ ਦੀ ਹੋਈ ਜਦ ਹੇਠਾਂ ਉਤਰ ਕੇ ਉਸਨੇ ਪੋਟਲੀ ਤੁਰਦੀ ਗੱਡੀ ਦੀ ਬਾਰੀ ਵਿੱਚੋਂ ਅੰਦਰ ਸੁੱਟ ਦਿੱਤੀ। ਪੰਨਾ ਲਾਲ ਨੂੰ ਗੱਡੀ ਚੜ੍ਹਾ ਕੇ ਜਦ ਕੇਦਾਰ ਵਾਪਸ ਆਇਆ ਤਾਂ ਅੰਦਰ ਵੜ ਕੇ ਉਸਨੇ ਬੂਹੇ ਦਾ ਹੋੜਾ ਲਗਾਇਆ, ਫਿਰ ਮੰਜੇ ਤੇ ਜਾ ਟੱਠਾ। ਉਸਨੇ ਦੁਕਾਨ ਨਹੀਂ ਖੋਲ੍ਹੀ, ਨਾ ਹੀ ਮੰਜੇ ਤੋਂ ਉੱਠਿਆ। ਸ਼ਾਇਦ ਉੱਠ ਹੀ ਨਹੀਂ ਸਕਿਆ।
ਸਾਰੀ ਦਿਹਾੜੀ ਉਹ ਦੁਕਾਨ ਦੀ ਉਸ ਕੋਠੜੀ ਵਿੱਚ ਆਪਣੇ ਮੈਲੇ ਬਿਸਤਰੇ ਵਿੱਚ ਪਿਆ ਰਿਹਾ। ਮੰਜੇ ਕੋਲ ਅੰਗੀਠੀ ਭਖਦੀ ਰਹੀ। ਉਸ ਉੱਤੇ ਉਹੀ ਉਸ ਦੀ ਚਿਰ ਸਾਥਣ ਕੇਤਲੀ ਕੱਢਦੀ ਰਹੀ, ਜਿਸ ਵਿੱਚੋਂ ਉਹ ਘੰਟੇ ਅੱਧੇ ਘੰਟੇ ਬਾਅਦ ਕਾਲੇ ਕਾਹਵੇ ਦੀ ਪਿਆਲੀ ਭਰ ਕੇ ਪੀ ਲੈਂਦਾ ਤੇ ਸਿਗਰਟ ਦਾ ਧੂੰਆਂ ਛੱਡਦਾ ਹੋਇਆ ਇਹਨਾਂ ਤੁਕਾਂ ਨੂੰ ਗਾਈ ਜਾਂਦਾ। अलविदा ए काफले वालो, मुझे अब छोड़ दो, मेरी किस्मत में लिखी थी दश्त की वीरानियाँ। ਉਸ ਦੀ ਜੀਵਨ ਸੱਤਾ ਅੱਜ ਪੈਰੋ ਪੈਰ ਘਟਦੀ ਜਾ ਰਹੀ ਸੀ ਤੇ ਇਸ ਦੇ ਨਾਲ ਹੀ ਉਸ ਦੇ ਗਾਣੇ ਦੀ ਆਵਾਜ਼ ਮੱਧਮ ਪੈਂਦੀ ਜਾਂਦੀ ਸੀ। ਲੰਮਾ ਪਿਆ ਇੱਕ ਵਾਰੀ ਉਹ ਅਚਾਨਕ ਉੱਠ ਕੇ ਕੰਧ ਦੀ ਢੋਲ ਲਾ ਕੇ ਬੈਠ ਗਿਆ, ਜਿਵੇਂ ਉਸ ਨੂੰ ਕੋਈ ਜ਼ਰੂਰੀ ਕੰਮ ਯਾਦ ਆ ਗਿਆ ਹੋਵੇ। ਉਸਨੇ ਜੇਬ ਫੋਲੀ ਪਰ ਉਹ ਬਿਲਕੁਲ ਖਾਲੀ ਸੀ। ਫਿਰ ਇੱਧਰ ਉੱਧਰ ਇਸ ਤਰ੍ਹਾਂ ਤੱਕਣ ਲੱਗਾ ਜਿਵੇਂ ਡੁੱਬਣ ਲੱਗਾ ਆਦਮੀ ਕਿਸੇ ਚੀਜ਼ ਨੂੰ ਹੱਥ ਪਾਉਣ ਦੀ ਤਲਾਸ਼ ਕਰਦਾ ਹੈ, ਪਰ ਛੁੱਟ ਨਿਰਾਸ਼ਤਾ ਤੋਂ ਉਸ ਨੂੰ ਹੋਰ ਕੁਝ ਨਹੀਂ ਸੀ ਲੱਭਦਾ। ਉਸ ਨੂੰ ਆਪਣੇ ਗੁਆਂਢੀ ਉਸ ਸਿੱਖ ਦੁਕਾਨਦਾਰ ਦਾ ਖਿਆਲ ਆਇਆ, ਜਿਹੜਾ ਅਕਸਰ ਵੇਲੇ ਕੁਵੇਲੇ 2 ਘੜੀਆਂ ਉਸ ਪਾਸ ਆ ਬੈਠਿਆ ਕਰਦਾ ਸੀ ਤੇ ਉਸ ਦੀ ਭੇਤ ਭਰੀ ਜ਼ਿੰਦਗੀ ਬਾਬਤ ਕਈ ਤਰ੍ਹਾਂ ਦੀਆਂ ਪੁੱਛਾਂ ਕਰਿਆ ਕਰਦਾ ਸੀ। ਉਹ ਜ਼ੋਰ ਲਾ ਕੇ ਮੰਜੇ ਤੋਂ ਉਤਰਿਆ, ਪਰ ਉਸ ਦੀਆਂ ਲੱਤਾਂ ਲੜਖੜਾ ਗਈਆਂ। ਬਾਹਰ ਤੱਕ ਜਾਣ ਦੀ ਹਿੰਮਤ ਨਾ ਵੇਖ ਕੇ ਫਿਰ ਮੰਜੇ ਤੇ ਬੈਠ ਗਿਆ। ਝੱਟ ਕੁ ਇਸੇ ਤਰ੍ਹਾਂ ਬੈਠਾ ਖੰਘਦਾ ਰਿਹਾ। ਖੰਘ ਨਾਲ ਉਸ ਨੂੰ ਲਹੂ ਤਾਂ ਅੱਗੇ ਹੀ ਆਇਆ ਕਰਦਾ ਸੀ, ਪਰ ਅੱਜ ਤਾਂ ਜਿਵੇਂ ਉਸ ਦੇ ਅੰਦਰੋਂ ਲਹੂ ਦੇ ਪਰਨਾਲੇ ਹੀ ਚੱਲ ਰਹੇ ਸਨ। ਉਹ ਸਾਹ ਸੱਤ ਛੱਡ ਕੇ ਲੰਮਾ ਪੈ ਗਿਆ। ਇਸੇ ਹਾਲਤ ਵਿੱਚ ਸ਼ਾਮਾਂ ਪੈ ਗਈਆਂ। ਬਾਹਰੋਂ ਬੂਹਾ ਖੜਕਿਆ ਤੇ ਕਿਸੇ ਨੇ ਉਸ ਦਾ ਨਾਂ ਲੈ ਕੇ ਆਵਾਜ਼ ਮਾਰੀ। ਉਸਨੇ ਗੁਆਂਢੀ ਦੀ ਆਵਾਜ਼ ਪਛਾਣ ਲਈ ਤੇ ਉੱਤਰ ਵਿੱਚ ਕਈ ਵਾਰੀ ਕਿਹਾ, ਹੋੜਾ ਖੋਲ ਕੇ ਅੰਦਰ ਆ ਜਾ। ਆਵਾਜ਼ ਉਹ ਉੱਚੀ ਨਹੀਂ ਸੀ ਕੱਢ ਸਕਦਾ, ਜਿਸ ਕਰਕੇ ਉਸ ਨੂੰ ਕਈ ਵਾਰੀ ਦੁਹਰਾ ਕੇ ਕਹਿਣਾ ਪਿਆ। ਅਖੀਰ ਬੂਹਾ ਖੁੱਲ੍ਹਿਆ ਤੇ ਉਸ ਦਾ ਗੁਆਂਢੀ ਅੰਦਰ ਦਾਖਲ ਹੋਇਆ। ਮੈਂ ਤੈਨੂੰ ਹੀ ਯਾਦ ਕਰਦਾ ਪਿਆ ਸਾਂ, ਉਸਨੇ ਗੁਆਂਢੀ ਵੱਲ ਤੱਕ ਕੇ ਕਿਹਾ। ਕਿਸੇ ਵੇਲੇ ਦੀ ਪੁਕਾਰ ਰੱਬ ਸੁਣ ਹੀ ਲੈਂਦਾ ਹੈ। ਇਸ ਤੋਂ ਬਾਅਦ ਕਿਦਾਰ ਨੇ ਗੁਆਂਢੀ ਨੂੰ ਮਿੰਨਤ ਭਰੇ ਲਹਿਜੇ ਵਿੱਚ ਕਿਹਾ, ਇੱਕ ਟੈਲੀਗ੍ਰਾਮ ਕਰਨਾ ਸੀ, ਜੇ ਤੂੰ ਤਕਲੀਫ ਨਾ ਸਮਝੇ। ਗੁਆਂਢੀ ਨੇ ਉਸ ਪਾਸੋਂ ਝੱਟ ਪਤਾ ਨੋਟ ਕੀਤਾ ਤੇ ਡਾਕਖਾਨੇ ਜਾ ਕੇ ਐਕਸਪ੍ਰੈਸ ਫੀਸ ਲਾ ਕੇ ਤਾਰ ਦੇ ਆਇਆ। ਡਾਕਖਾਨਾ ਬਹੁਤੀ ਦੂਰ ਨਹੀਂ ਸੀ। ਇਸ ਤੋਂ ਬਾਅਦ ਕਿਦਾਰ ਨੇ ਉਸ ਨੂੰ ਆਦ ਤੋਂ ਅੰਤ ਤੀਕਰ ਆਪਣੀ ਜੀਵਨ ਕਥਾ ਸੁਣਾਉਣੀ ਸ਼ੁਰੂ ਕੀਤੀ, ਜਿਸ ਨੂੰ ਉਸ ਦਾ ਗੁਆਂਢੀ ਬੜੇ ਡੂੰਘੇ ਧਿਆਨ ਨਾਲ ਸੁਣੀ ਗਿਆ। ਤੇ ਜਦ ਇਹ ਕਥਾ ਖਤਮ ਹੋਈ ਤਾਂ ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ। ਉਸ ਦਾ ਗੁਆਂਢੀ ਉਸ ਨੂੰ ਅੱਜ ਦੀ ਰਾਤ ਇਕੱਲਿਆਂ ਨਹੀਂ ਸੀ ਛੱਡਣਾ ਚਾਹੁੰਦਾ, ਕਿਉਂਕਿ ਉਹ ਵੇਖ ਰਿਹਾ ਸੀ ਕਿ ਮਰੀਜ਼ ਹੁਣ ਕੁਝ ਚਿਰ ਦਾ ਹੀ ਮਹਿਮਾਨ ਹੈ। ਪਰ ਕਿਦਾਰ ਨੇ ਉਸ ਨੂੰ ਬਦੋ-ਬਦੀ ਉਠਾਲ ਕੇ ਘਰ ਭੇਜਿਆ। ਉਹ ਜਾਣਦਾ ਸੀ ਕਿ ਗੁਆਂਢੀ ਨੂੰ ਉਸ ਦੇ ਘਰ ਵਾਲੇ ਉਡੀਕ ਰਹੇ ਹੋਣਗੇ, ਨਾਲੇ ਸ਼ਾਇਦ ਇਸ ਵੇਲੇ ਉਹ ਇਕੱਲਾ ਹੀ ਰਹਿਣਾ ਚਾਹੁੰਦਾ ਸੀ। ਗੁਆਂਢੀ ਚਲਾ ਗਿਆ। ਕਿਦਾਰ ਨੇ ਕੇਤਲੀ ਵਿੱਚੋਂ ਕਾਹਵੇ ਦੇ ਕੁਝ ਛੇਕੜਲੇ ਘੁੱਟ ਪਾ ਕੇ ਪੀਤੇ, ਫਿਰ ਸਿਰਹਾਣੇ ਹੇਠੋਂ ਡੱਬੀ ਕੱਢੀ, ਜਿਸ ਵਿੱਚ ਇੱਕੋ ਇੱਕ ਸਿਗਰਟ ਬਾਕੀ ਸੀ। ਸਿਗਰਟ ਖਤਮ ਕਰਕੇ ਉਹ ਝੱਟ ਕੁ ਲੰਮਾ ਪਿਆ ਰਿਹਾ। ਇਸ ਵੇਲੇ ਉਹ ਬੜੇ ਔਖੇ ਤੇ ਟੁੱਟਵੇਂ ਸਾਹ ਖਿੱਚ ਰਿਹਾ ਸੀ। ਥੋੜ੍ਹੇ ਚਿਰ ਪਿੱਛੋਂ ਉਸਨੇ ਫਿਰ ਕੇਤਲੀ ਵੱਲ ਬਾਂਹ ਵਧਾਈ, ਪਰ ਉਹ ਠੰਡੀ ਤੇ ਖਾਲੀ ਸੀ। ਉਧਰੋਂ ਹੱਥ ਖਿੱਚ ਕੇ ਉਸਨੇ ਸਿਰਹਾਣੇ ਹੇਠੋਂ ਟਟੋਲ ਕੇ ਸਿਗਰਟਾਂ ਵਾਲੀ ਡੱਬੀ ਕੱਢੀ, ਉਹ ਵੀ ਖਾਲੀ ਸੀ। ਕਿਦਾਰ ਦਾ ਸਵਾਸ ਛੋਟਾ ਹੁੰਦਾ ਜਾ ਰਿਹਾ ਸੀ ਤੇ ਉਸ ਦੀ ਛਾਤੀ ਦਾ ਉਭਾਰ ਉਤਾਰ ਬਰਾਬਰ ਵੱਧਦਾ ਜਾਂਦਾ ਸੀ। ਇਸ ਵੇਲੇ ਉਸ ਨੂੰ ਇੱਕ ਲਹੂ ਦੀ ਕੈ ਆਈ ਤੇ ਇਸ ਤੋਂ ਬਾਅਦ ਕਿਦਾਰ ਬੇਹਰਕਤ ਹੋ ਗਿਆ। ਉਸ ਦਾ ਸਿਰ ਇੱਕ ਪਾਸੇ ਵੱਲ ਲਟਕ ਗਿਆ। ਦਿਨ ਚੜ੍ਹਦੇ ਤੀਕਰ ਕਿਦਾਰ ਦੀ ਦੁਕਾਨ ਆਦਮੀਆਂ ਨਾਲ ਭਰੀ ਹੋਈ ਸੀ। ਉਸ ਦੇ ਉਸੇ ਸਿੱਖ ਗੁਆਂਢੀ ਨੇ ਦੁਪਹਿਰਾਂ ਤੀਕ ਉਸ ਦੀ ਅਰਥੀ ਨਾ ਚੁੱਕੀ ਜਾਣ ਦਿੱਤੀ। ਸ਼ਾਇਦ 12:30 ਦੀ ਗੱਡੀ, ਜਿਹੜੀ ਰਾਵਲਪਿੰਡੀਓਂ ਆਉਂਦੀ ਸੀ, ਉੱਤੇ ਉਸ ਨੂੰ ਕਿਦਾਰ ਦੇ ਕਿਸੇ ਸੰਬੰਧੀ ਦੇ ਆਉਣ ਦੀ ਉਡੀਕ ਸੀ ਤੇ ਅਖੀਰ 1 ਵਜੇ ਦੇ ਲਗਭਗ ਇੱਕ ਜ਼ਨਾਨੀ ਤੇ ਇੱਕ ਮਰਦ ਟਾਂਗੇ ਤੋਂ ਉਤਰੇ ਤੇ ਭੀੜ ਨੂੰ ਚੀਰਦੇ ਹੋਏ ਦੋਵੇਂ ਅਰਥੀ ਨੂੰ ਲਿਪਟ ਗਏ। ਜ਼ਨਾਨੀ ਦੇ ਦਰਦਨਾਕ ਕੀਰਨੇ ਪੱਥਰਾਂ ਨੂੰ ਵੀ ਰੁਆ ਰਹੇ ਸਨ। ਹਰ ਵੇਖਣ ਵਾਲੇ ਦਾ ਰੁਮਾਲ ਅੱਖਾਂ ਨਾਲ ਸੀ। ਅਖੀਰ ਬੜੀ ਮੁਸ਼ਕਲ ਨਾਲ ਦੋਹਾਂ ਦੀਆਂ ਬਾਹਾਂ ਅਰਥੀ ਨਾਲੋਂ ਹਟਾਈਆਂ ਗਈਆਂ ਤੇ ਅਰਥੀ ਸ਼ਮਸ਼ਾਨ ਭੂਮੀ ਵੱਲ ਲੈ ਜਾਈ ਗਈ। ਤੁਸੀਂ ਸੁਣ ਰਹੇ ਸੀ ਨਾਵਲ ਪਵਿੱਤਰ ਪਾਪੀ ਦਾ ਆਖਰੀ ਭਾਗ। ਅੱਜ ਇੰਨਾ ਹੀ। ਰੱਬ ਰਾਖਾ।